ਵੈਲਕਮ ਸਟੂਡੈਂਟਸ। ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਨਾਈਟ੍ਰੋਜਨ ਚੱਕਰ ਦੇ ਬਾਰੇ ਪੜ੍ਹਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਵੀ ਜੋ ਨਾਈਟ੍ਰੋਜਨ ਗੈਸ ਆ ਉਹ ਆਪਣੇ ਕੋਲ ਜਿਹੜੀ ਵਾਯੂਮੰਡਲ ਦੇ ਵਿੱਚ 78% ਨਾਈਟ੍ਰੋਜਨ ਗੈਸ ਪਾਈ ਜਾਂਦੀ ਹੈ। ਅਤੇ ਜਿਵੇਂ ਕਿ ਆਪਾਂ ਜਾਣਦੇ ਹਾਂ ਵਾਯੂਮੰਡਲ ਵਿੱਚ ਹੋਰ ਵੀ ਕਈ ਤਰ੍ਹਾਂ ਦੀਆਂ ਗੈਸਾਂ ਪਾਈਆਂ ਜਾਂਦੀਆਂ, ਜਿਵੇਂ ਉਹਨਾਂ ਦੇ ਵਿੱਚੋਂ ਸਭ ਤੋਂ ਅਹਿਮ ਗੈਸ ਹੈਗੀ ਆ ਆਕਸੀਜਨ ਗੈਸ ਆ ਜਿਵੇਂ। ਅਤੇ ਆਪਾਂ ਨੂੰ ਆਕਸੀਜਨ ਗੈਸ ਦਾ ਤਾਂ ਪਤਾ ਵੀ ਆਕਸੀਜਨ ਗੈਸ ਜਿਹੜੀ ਆ ਜੀਵਾਂ ਨੂੰ ਸਾਹ ਪ੍ਰਕਿਰਿਆ ਦੇ ਲਈ ਜ਼ਰੂਰੀ ਹੁੰਦੀ ਆ। ਅਤੇ ਕੀ ਨਾਈਟ੍ਰੋਜਨ ਗੈਸ ਦਾ ਆਪਾਂ ਜੇ ਸੋਚੀਏ ਵੀ ਨਾਈਟ੍ਰੋਜਨ ਗੈਸ ਕਿਸ ਦੇ ਲਈ ਜ਼ਰੂਰੀ ਆ, ਤਾਂ ਇਹਨੂੰ ਸਮਝਣ ਦੇ ਲਈ ਆਪਾਂ ਨੂੰ ਨਾਈਟ੍ਰੋਜਨ ਚੱਕਰ ਨੂੰ ਸਮਝਣਾ ਜ਼ਰੂਰੀ ਹੈ। ਤਾਂ ਆਪਾਂ ਸ਼ੁਰੂ ਕਰਦੇ ਹਾਂ। ਤਾਂ ਜਿਹੜੀ ਗੈਸ ਨਾਈਟ੍ਰੋਜਨ ਆ ਇਹ ਜੀਵਨ ਦੇ ਲਈ ਕਿਉਂ ਜ਼ਰੂਰੀ ਆ? ਕਿਉਂਕਿ ਇਹ ਜਿਹੜੇ ਜਿੰਨੇ ਵੀ ਜੀਵ ਹੁੰਦੇ ਆ ਉਹਨਾਂ ਦੇ ਅੰਦਰ ਕਈ ਤਰ੍ਹਾਂ ਦੇ ਜਿਹੜੇ ਜ਼ਰੂਰੀ ਅਣੂ ਹੁੰਦੇ ਆ ਉਹਨਾਂ ਦਾ ਇਹ ਹਿੱਸਾ ਹੁੰਦੀ ਆ, ਮਤਲਬ ਕਿ ਉਹ ਜ਼ਰੂਰੀ ਅਣੂ ਨਾਈਟ੍ਰੋਜਨ ਗੈਸ ਤੋਂ ਬਣਦੇ ਆ। ਉਹ ਕਿਹੜੇ ਕਿਹੜੇ ਆ? ਜਿਵੇਂ ਪ੍ਰੋਟੀਨ ਹੋ ਗਿਆ, ਨਿਊਕਲਿਕ ਐਸਿਡ, DNA, RNA ਅਤੇ ਵਿਟਾਮਿਨ। ਇਹਨਾਂ ਸਾਰਿਆਂ ਦੇ ਵਿੱਚ ਨਾਈਟ੍ਰੋਜਨ ਵੀ ਇੱਕ ਅਹਿਮ ਹਿੱਸਾ ਹੁੰਦੀ ਆ। ਤਾਂ ਆਪਾਂ ਇਹ ਦੇਖਣਾ ਵੀ ਜਿਵੇਂ ਆਕਸੀਜਨ ਗੈਸ ਨੂੰ ਤਾਂ ਆਪਾਂ ਕਿਹਾ ਵੀ ਵਾਯੂਮੰਡਲ ਦੇ ਵਿੱਚੋਂ ਸਿੱਧਾ ਹੀ ਜਿਹੜਾ ਸਾਹ ਪ੍ਰਕਿਰਿਆ ਰਾਹੀਂ ਨੱਕ ਰਾਹੀਂ ਜਿਹੜੇ ਜੰਤੂ ਆ ਅੰਦਰ ਲੈ ਲੈਂਦੇ ਆ, ਪਰ ਨਾਈਟ੍ਰੋਜਨ ਨੂੰ ਵਾਯੂਮੰਡਲ ਦੇ ਵਿੱਚੋਂ ਮੌਜੂਦ ਨਾਈਟ੍ਰੋਜਨ ਦੀ ਸਿੱਧੀ ਵਰਤੋਂ ਨਹੀਂ ਕੀਤੀ ਜਾ ਸਕਦੀ। ਤਾਂ ਇਹਦੀ ਵਰਤੋਂ ਕਿਵੇਂ ਹੁੰਦੀ ਆ? ਇਹਦੇ ਲਈ ਸਭ ਤੋਂ ਪਹਿਲਾਂ ਨਾਈਟ੍ਰੋਜਨ ਦਾ ਸਥਿਰੀਕਰਨ ਹੁੰਦਾ। ਤਾਂ ਆਪਾਂ ਸਮਝਾਂਗੇ ਸਥਿਰੀਕਰਨ ਕੀ ਹੁੰਦਾ। ਤਾਂ ਜਿਹੜੀ ਆ ਦੇਖੋ ਕਿਵੇਂ ਵਾਯੂਮੰਡਲ ਦੇ ਵਿੱਚ ਜਿਹੜੀ ਨਾਈਟ੍ਰੋਜਨ ਗੈਸ ਮੌਜੂਦ ਆ ਉਹਦਾ ਸਥਿਰੀਕਰਨ ਕਈ ਤਰੀਕਿਆਂ ਨਾਲ ਹੁੰਦਾ। ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਤਰੀਕਾ ਹੈ ਜਦੋਂ ਮੀਂਹ ਦੇ ਸਮੇਂ ਜਦੋਂ ਬਿਜਲੀ ਚਮਕਦੀ ਆ, ਤਾਂ ਬਿਜਲੀ ਚਮਕਣ ਦੇ ਸਮੇਂ ਜਿਹੜੇ ਹਵਾ ਦੇ ਵਿੱਚ ਪੈਦਾ ਹੁੰਦਾ ਉੱਚ ਤਾਪਮਾਨ ਪੈਦਾ ਹੁੰਦਾ ਅਤੇ ਨਾਲ ਹੀ ਕੀ ਹੁੰਦਾ ਉੱਚ ਦਬਾਅ ਪੈਦਾ ਹੁੰਦਾ। ਇਹਨਾਂ ਦੋਨਾਂ ਚੀਜ਼ਾਂ ਦੇ ਨਾਲ ਬਿਜਲੀ ਚਮਕਣ ਨਾਲ ਉੱਚ ਤਾਪਮਾਨ ਅਤੇ ਦਬਾਅ ਦੇ ਨਾਲ ਨਾਈਟ੍ਰੋਜਨ ਗੈਸ ਕਾਹਦੇ ਵਿੱਚ ਬਦਲ ਜਾਂਦੀ ਆ? ਨਾਈਟ੍ਰੋਜਨ ਦੇ ਆਕਸਾਈਡਸ ਵਿੱਚ ਬਦਲ ਜਾਂਦੀ ਆ। ਦੋ ਤਰ੍ਹਾਂ ਦੇ ਆਕਸਾਈਡ ਹੁੰਦੇ ਆ ਨਾਈਟ੍ਰੋਜਨ ਦੇ, ਆਪਾਂ ਇੱਥੇ ਲਿਖ ਦਿੰਦੇ ਹਾਂ ਨਾਈਟ੍ਰੋਜਨ ਦੇ ਆਕਸਾਈਡ। ਨਾਈਟ੍ਰੋਜਨ ਦੇ ਆਕਸਾਈਡ ਨਾਈਟ੍ਰਿਕ ਆਕਸਾਈਡ ਅਤੇ ਨਾਈਟਰਸ ਆਕਸਾਈਡ, ਜਿਵੇਂ ਕਿ ਆਹ ਚਿੱਤਰ ਦੇ ਵਿੱਚ ਬਣਾਏ ਹੋਏ ਆ NO ਅਤੇ NO2। ਇਸ ਤਰੀਕੇ ਨਾਲ ਇਹ ਆਕਸਾਈਡਸ ਵਿੱਚ ਬਦਲ ਜਾਂਦੀ ਆ। ਤਾਂ ਉਸ ਤੋਂ ਅੱਗੇ ਕੀ ਹੁੰਦਾ? ਉਸ ਤੋਂ ਅੱਗੇ ਜਿਹੜੇ ਇਹ ਆਕਸਾਈਡ ਹੁੰਦੇ ਆ ਇਹ ਆਕਸਾਈਡ ਪਾਣੀ ਦੇ ਵਿੱਚ ਘੁਲ ਜਾਂਦੇ ਆ। ਪਾਣੀ ਦੇ ਵਿੱਚ ਕਦੋਂ ਘੁਲਦੇ? ਜਿਵੇਂ ਮੀਂਹ ਪੈ ਰਿਹਾ ਆਪਾਂ ਨੂੰ ਪਤਾ, ਪਾਣੀ ਦੇ ਵਿੱਚ ਘੁਲ ਕੇ ਕੀ ਬਣਾਉਂਦੇ ਆ? ਨਾਈਟ੍ਰਿਕ ਐਸਿਡ HNO3 ਅਤੇ ਨਾਈਟਰਸ ਐਸਿਡ HNO2। ਇਹ ਦੋ ਐਸਿਡ ਬਣਾਉਂਦੇ ਆ। ਆਹ ਦੇਖੋ ਨਾਈਟ੍ਰਿਕ ਐਸਿਡ HNO3 ਅਤੇ ਨਾਈਟਰਸ ਐਸਿਡ HNO2। ਇਹ ਪਾਣੀ ਦੇ ਵਿੱਚ ਘੁਲ ਕੇ ਵਰਖਾ ਦੇ ਨਾਲ ਧਰਤੀ ਦੀ ਸਤਹ ਦੇ ਉੱਪਰ ਡਿੱਗਦੇ ਆ ਅਤੇ ਇਸੇ ਨੂੰ ਕੀ ਕਿਹਾ ਜਾਂਦਾ? ਤੇਜ਼ਾਬੀ ਵਰਖਾ ਵੀ ਇਹਨੂੰ ਆਪਾਂ ਕਹਿੰਦੇ ਹਾਂ। ਤਾਂ ਤੇਜ਼ਾਬੀ ਵਰਖਾ ਵੀ ਸਮਝ ਲੱਗ ਗਈ ਕਿਵੇਂ ਹੁੰਦੀ ਆ। ਉਸ ਤੋਂ ਅੱਗੇ ਕੀ ਹੁੰਦਾ? ਇੱਥੋਂ ਤੱਕ ਤਾਂ ਪਹੁੰਚ ਗਿਆ ਵੀ ਨਾਈਟ੍ਰੋਜਨ ਵਾਯੂਮੰਡਲ ਦੇ ਵਿੱਚੋਂ ਲਈ ਉਹਦਾ ਸਥਿਰੀਕਰਨ ਹੋਇਆ ਬਿਜਲੀ ਚਮਕਣ ਦੇ ਨਾਲ। ਸਥਿਰੀਕਰਨ ਤੋਂ ਬਾਅਦ ਉਹਦੇ ਆਕਸਾਈਡ ਬਣੇ। ਆਕਸਾਈਡ ਬਣਨ ਤੋਂ ਬਾਅਦ ਉਹ ਆਕਸਾਈਡ ਪਾਣੀ ਦੇ ਵਿੱਚ ਘੁਲੇ ਵਰਖਾ ਦੇ ਰਾਹੀਂ ਅਤੇ ਇਹ ਤੇਜ਼ਾਬੀ ਵਰਖਾ ਬਣ ਕੇ ਧਰਤੀ 'ਤੇ ਆ ਗਈ। ਹੁਣ ਉਸ ਤੋਂ ਅੱਗੇ ਆਪਾਂ ਦੇਖਣਾ ਵੀ ਜਿਹੜਾ ਇਹ ਤੇਜ਼ਾਬੀ ਵਰਖਾ ਜਦੋਂ ਧਰਤੀ ਦੇ ਉੱਪਰ ਹੁੰਦੀ ਆ ਤਾਂ ਫਿਰ ਇਹਦੀ ਅੱਗੇ ਕਿਵੇਂ ਵਰਤੋਂ ਕਰਦੇ ਆ ਜਿਹੜੇ ਪੌਦੇ ਆ। ਹੁਣ ਜਿਹੜੇ ਪੌਦੇ ਹੁੰਦੇ ਆ, ਪੌਦੇ ਜਿਹੜੇ ਨਾਈਟ੍ਰੇਟਸ ਅਤੇ ਨਾਈਟ੍ਰਾਈਟਸ ਬਣਦੇ ਆ ਉਹਨਾਂ ਨੂੰ ਲੈ ਕੇ ਕੀ ਬਣਾਉਂਦੇ ਆ? ਅਮੀਨੋ ਐਸਿਡ ਬਣਾਉਂਦੇ ਆ। ਹੁਣ ਇਹ ਨਾਈਟ੍ਰੇਟਸ ਅਤੇ ਨਾਈਟ੍ਰਾਈਟਸ ਕਿੱਥੋਂ ਆਉਂਦੇ ਆ? ਜਿਹੜੀ ਆ ਤੇਜ਼ਾਬੀ ਵਰਖਾ ਹੁੰਦੀ ਆ ਇਹਦੇ ਵਿੱਚ ਜਿਹੜੇ ਆ ਘੁਲੇ ਹੁੰਦੇ ਆ HNO3 ਅਤੇ HNO2, ਨਾਈਟ੍ਰਿਕ ਐਸਿਡ ਅਤੇ ਨਾਈਟਰਸ ਐਸਿਡ। ਇਹਨਾਂ ਤੋਂ ਨਾਈਟ੍ਰੇਟਸ ਲੈ ਲੈਂਦੇ ਆ ਪੌਦੇ। ਆ ਦੇਖੋ ਚਿੱਤਰ ਦੇ ਵਿੱਚ ਤੁਸੀਂ ਦੇਖ ਸਕਦੇ ਆ ਇਹਨਾਂ ਤੋਂ ਪੌਦੇ ਨਾਈਟ੍ਰੇਟਸ ਅਤੇ ਨਾਈਟ੍ਰਾਈਟਸ ਨੂੰ ਲੈ ਕੇ ਉਹਨਾਂ ਨੂੰ ਕਾਹਦੇ ਵਿੱਚ ਬਦਲ ਦਿੰਦੇ ਆ? ਅਮੀਨੋ ਐਸਿਡ ਦੇ ਵਿੱਚ ਬਦਲ ਦਿੰਦੇ ਆ। ਇਹਨਾਂ ਅਮੀਨੋ ਐਸਿਡਸ ਦੀ ਵਰਤੋਂ ਪ੍ਰੋਟੀਨ ਬਣਾਉਣ ਦੇ ਵਿੱਚ ਕੀਤੀ ਜਾਂਦੀ ਹੈ ਅਤੇ ਇਹ ਪ੍ਰੋਟੀਨ ਜਿਹੜਾ ਹੈਗਾ ਅੱਗੇ ਵਰਤਿਆ ਜਾਂਦਾ। ਉਹ ਆਪਾਂ ਅੱਗੇ ਗੱਲ ਫਿਰ ਕਰਾਂਗੇ। ਹੁਣ ਆਪਾਂ ਇਹ ਦੇਖਣਾ ਵੀ ਨਾਈਟ੍ਰੋਜਨ ਨੂੰ ਇੱਥੇ ਸਥਿਰ ਕਰ ਰਹੇ ਆ ਕੌਣ? ਕਰ ਰਿਹਾ ਸਥਿਰ ਕਰਨ ਵਾਲੇ ਬੈਕਟੀਰੀਆ, ਜਿਹੜੇ ਕਿ ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ਦੇ ਵਿੱਚ ਇੱਕ ਖਾਸ ਕਿਸਮ ਦੀ ਰਚਨਾ ਜਿਹਨੂੰ ਨੋਡਿਊਲ ਕਹਿੰਦੇ ਆ ਜਾਂ ਮੂਲ ਗ੍ਰੰਥੀ ਉਹਦੇ ਵਿੱਚ ਮਿਲਦੇ ਆ। ਜੜ੍ਹਾਂ ਦੇ ਵਿੱਚ ਇੱਥੇ ਮਿਲਦੇ ਆ ਜਿਹੜੇ ਕੀ ਹੁੰਦੇ ਆ?
ਨਾਈਟ੍ਰੋਜਨ ਨੂੰ ਸਥਿਰ ਕਰਨ ਵਾਲੇ ਬੈਕਟੀਰੀਆ ਹੁੰਦੇ ਆ। ਉਹ ਪਰ ਮਿਲਦੇ ਕਿਹੜੀਆਂ ਪੌਦਿਆਂ ਦੀਆਂ ਜੜ੍ਹਾਂ 'ਚ, ਜਿਹੜੇ ਫਲੀਦਾਰ ਪੌਦੇ ਹੁੰਦੇ ਆ। ਹਰੇਕ ਪੌਦੇ ਦੀ ਜੜ੍ਹ ਵਿੱਚ ਇਹ ਨਹੀਂ ਹੁੰਦੇ। ਤਾਂ ਇਸ ਤਰੀਕੇ ਨਾਲ ਜਿਹੜੇ ਆ ਆਪਾਂ ਇੱਥੇ ਤੱਕ ਪਹੁੰਚ ਗਏ ਵੀ ਪੌਦਿਆਂ ਨੇ ਜਿਹੜੀ ਆ ਨਾਈਟ੍ਰੋਜਨ ਨੂੰ ਨਾਈਟ੍ਰੇਟਸ ਅਤੇ ਨਾਈਟਰਾਈਟਸ ਦੀ ਵਰਤੋਂ ਕਰਦੇ ਹੋਏ ਅਮੀਨੋ ਐਸਿਡ ਵਿੱਚ ਬਦਲਤਾ, ਜਿਹਦੇ ਤੋਂ ਕੀ ਬਣ ਗਿਆ, ਪ੍ਰੋਟੀਨ ਬਣ ਗਿਆ। ਹੁਣ ਇਸ ਤੋਂ ਅੱਗੇ ਕੀ ਹੋਊਗਾ, ਇਸ ਤੋਂ ਅੱਗੇ ਜਿਹੜੇ ਇਹ ਪ੍ਰੋਟੀਨ ਬਣਦੇ ਆ ਪੌਦਿਆਂ ਦੇ ਵਿੱਚ, ਇਹ ਇਕੱਲੇ ਪ੍ਰੋਟੀਨ ਨਹੀਂ ਬਣਦੇ, ਹੋਰ ਵੀ ਕਈ ਗੁੰਝਲਦਾਰ ਯੌਗਿਕ ਬਣਦੇ ਆ। ਤਾਂ ਪ੍ਰੋਟੀਨ ਅਤੇ ਜਿਹੜੇ ਗੁੰਝਲਦਾਰ ਯੌਗਿਕ ਹੁੰਦੇ ਆ, ਇਹਨਾਂ ਦੀ ਵਰਤੋਂ ਜੰਤੂਆਂ ਦੁਆਰਾ ਕੀਤੀ ਜਾਂਦੀ ਆ। ਜੰਤੂ ਜਿਵੇਂ ਕਿ ਆਪਾਂ ਇੱਥੇ ਚਿੱਤਰ ਵਿੱਚ ਦੇਖ ਸਕਦੇ ਹਾਂ, ਜਿਵੇਂ ਇੱਕ ਗਾਂ ਹੈਗੀ ਆ ਜਿਹੜੀ ਪੌਦਿਆਂ ਦੇ ਪੱਤੇ ਵਗੈਰਾ ਜਾਂ ਜਦੋਂ ਘਾਹ ਖਾਂਦੀ ਆ, ਤਾਂ ਉਹਦੇ ਅੰਦਰ ਇਹ ਪ੍ਰੋਟੀਨ ਅਤੇ ਗੁੰਝਲਦਾਰ ਯੌਗਿਕ ਜੋ ਕਿ ਨਾਈਟ੍ਰੋਜਨ ਤੋਂ ਬਣਾਏ ਅਮੀਨੋ ਐਸਿਡਸ ਤੋਂ ਬਣੇ ਹੁੰਦੇ ਆ, ਉਹਨਾਂ ਦੇ ਅੰਦਰ ਚਲੇ ਜਾਂਦੇ ਆ। ਤਾਂ ਉਸ ਤੋਂ ਬਾਅਦ ਕੀ ਹੁੰਦਾ, ਜਦੋਂ ਇਹ ਜੰਤੂ ਇਹਨਾਂ ਦੀ ਵਰਤੋਂ ਕਰਕੇ ਭੋਜਨ ਦੇ ਰੂਪ ਵਿੱਚ ਇਹਨਾਂ ਨੂੰ ਪਚਾਉਂਦੇ ਆ, ਮਲ ਮੂਤਰ ਦੇ ਰੂਪ ਵਿੱਚ ਇਹਨੂੰ ਬਾਹਰ ਕੱਢਦੇ ਆ, ਤਾਂ ਉਹਦੇ ਵਿੱਚੋਂ ਅਮੋਨੀਆ ਗੈਸ ਨਿਕਲਦੀ ਹੈ। ਕਿਹੜੀ ਗੈਸ, ਅਮੋਨੀਆ, NH4 ਅਮੋਨੀਆ ਗੈਸ। ਅਤੇ ਇਹਨੂੰ ਅਮੋਨੀਫਿਕੇਸ਼ਨ ਵੀ ਕਿਹਾ ਜਾਂਦਾ ਇਸ ਪ੍ਰਕਿਰਿਆ ਨੂੰ। ਅਮੋਨੀਆ ਗੈਸ ਤੋਂ ਅੱਗੇ ਕੀ ਹੁੰਦਾ, ਜਿਹੜੀ ਇਹ ਅਮੋਨੀਆ ਗੈਸ ਹੁੰਦੀ ਆ, ਇਹ ਵਾਯੂਮੰਡਲ ਦੇ ਵਿੱਚ ਚਲੀ ਜਾਂਦੀ ਆ। ਅਤੇ ਵਾਯੂਮੰਡਲ ਦੇ ਵਿੱਚ ਕੀ ਹੁੰਦਾ, ਇੱਥੋਂ ਜਿਹੜੇ ਕੁਝ ਬੈਕਟੀਰੀਆ ਹੁੰਦੇ ਆ, ਉਹ ਇਸ ਨੂੰ ਵਾਪਸ ਨਾਈਟ੍ਰੋਜਨ ਦੇ ਰੂਪ ਵਿੱਚ ਬਦਲ ਦਿੰਦੇ ਆ। ਉਸ ਪ੍ਰੋਸੈਸ ਨੂੰ ਡੀਨਾਈਟ੍ਰੀਫਿਕੇਸ਼ਨ ਕਿਹਾ ਜਾਂਦਾ। ਤਾਂ ਇਹ ਅਮੋਨੀਆ, ਵੈਸੇ ਇਹ 9th ਕਲਾਸ ਦਾ ਟੌਪਿਕ ਇੰਨਾ ਨਹੀਂ ਗਾ ਅਮੋਨੀਫਿਕੇਸ਼ਨ ਦਾ, ਬਟ ਫਿਰ ਵੀ ਥੋੜ੍ਹਾ ਜਿਹਾ ਇਹਦੇ ਬਾਰੇ ਮੈਂ ਦੱਸਤਾ। ਤਾਂ ਇਹਦੋਂ ਅੱਗੇ ਚੱਲਦੇ ਹਾਂ ਆਪਾਂ। ਤਾਂ ਜਦੋਂ ਇਹਨਾਂ ਜੀਵ ਜੰਤੂਆਂ ਜਾਂ ਪੌਦਿਆਂ ਦੀ ਮੌਤ ਹੋ ਜਾਂਦੀ ਹੈ, ਮੰਨ ਲਓ ਇਹਦੀ ਜੀਵ ਦੀ ਮੌਤ ਹੋ ਗਈ, ਜਾਂ ਪੌਦੇ ਜਦੋਂ ਗਲ ਸੜ ਜਾਂਦੇ ਆ, ਤਾਂ ਇਹ ਮਿੱਟੀ ਦੇ ਵਿੱਚ ਜਦੋਂ ਪਏ ਰਹਿੰਦੇ ਆ, ਤਾਂ ਉਹਦੇ ਵਿੱਚ ਮਿੱਟੀ ਵਿੱਚ ਮੌਜੂਦ ਕਈ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਆ, ਜਿਹੜੇ ਉਹ ਵੱਖ-ਵੱਖ ਯੌਗਿਕਾਂ ਵਿੱਚ ਮੌਜੂਦ ਨਾਈਟ੍ਰੋਜਨ ਨੂੰ ਨਾਈਟ੍ਰੇਟਸ ਅਤੇ ਨਾਈਟਰਾਈਟਸ ਵਿੱਚ ਬਦਲ ਦਿੰਦੇ ਆ। ਜਿਹੜਾ ਇਹਨਾਂ ਦੇ ਸਰੀਰ ਵਿੱਚ, ਪੌਦਿਆਂ ਅਤੇ ਜੰਤੂਆਂ ਦੇ ਜਿਹੜੇ ਮਰੇ ਹੋਏ ਹੁੰਦੇ ਆ, ਉਹਨਾਂ ਦੇ ਸਰੀਰ ਦੇ ਵਿੱਚ ਆਹ ਦੇਖੋ, ਜਦੋਂ ਇਹ ਗਲਣਾ ਸ਼ੁਰੂ ਹੁੰਦੇ ਆ ਤਾਂ ਕੀ ਹੁੰਦਾ, ਇਹਨਾਂ ਦੇ ਵਿੱਚ ਮੌਜੂਦ ਜਿਹੜੀ ਨਾਈਟ੍ਰੋਜਨ ਹੁੰਦੀ ਆ, ਉਹਨੂੰ ਨਾਈਟ੍ਰੇਟਸ ਅਤੇ ਨਾਈਟਰਾਈਟਸ ਦੇ ਵਿੱਚ ਬਦਲ ਦਿੰਦੇ ਆ। ਜਦੋਂ ਇਹ ਬਦਲ ਦਿੰਦੇ ਆ, ਉਸ ਤੋਂ ਬਾਅਦ ਇੱਕ ਹੋਰ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਆ, ਜਿਹੜੇ ਇਹਨਾਂ ਨਾਈਟ੍ਰੇਟਸ ਅਤੇ ਨਾਈਟਰਾਈਟਸ ਨੂੰ ਨਾਈਟ੍ਰੋਜਨ ਤੱਤ ਦੇ ਵਿੱਚ ਵਾਪਸ ਬਦਲ ਦਿੰਦੇ ਆ। ਨਾਈਟ੍ਰੋਜਨ ਦੇ ਵਿੱਚ N2 ਦੇ ਵਿੱਚ, ਜਿਵੇਂ ਬੈਕਟੀਰੀਆ ਇੱਥੇ ਜਿਹੜੇ ਕਿ ਬਦਲਦੇ ਆ, ਇਹਨਾਂ ਬੈਕਟੀਰੀਆ ਨੂੰ ਡੀਨਾਈਟ੍ਰੀਫਾਈਂਗ ਬੈਕਟੀਰੀਆ ਕਿਹਾ ਜਾਂਦਾ। ਡੀਨਾਈਟ੍ਰੀਫਾਈਂਗ ਬੈਕਟੀਰੀਆ। ਅਤੇ ਉਸ ਤੋਂ ਬਾਅਦ ਜਦੋਂ ਇਹ ਵਾਪਸ ਇਹਨੂੰ ਨਾਈਟ੍ਰੋਜਨ ਦੇ ਵਿੱਚ ਬਦਲ ਦਿੰਦੇ ਆ, ਤਾਂ ਇਹ ਨਾਈਟ੍ਰੋਜਨ ਵਾਪਸ ਪਰਮਾਣੂ ਦੇ ਰੂਪ ਵਿੱਚ ਵਾਯੂਮੰਡਲ ਦੇ ਵਿੱਚ ਵਾਪਸ ਚਲੀ ਜਾਂਦੀ ਆ ਇੱਥੇ। ਤਾਂ ਇਸ ਤਰੀਕੇ ਦੇ ਨਾਲ ਜਿਹੜਾ ਨਾਈਟ੍ਰੋਜਨ ਚੱਕਰ ਪੂਰਾ ਹੋ ਜਾਂਦਾ। ਅਤੇ ਇਸ ਨਾਈਟ੍ਰੋਜਨ ਚੱਕਰ ਦੇ ਕਾਰਨ ਹੀ ਜਿਹੜੀ ਆ ਵਾਯੂਮੰਡਲ ਦੇ ਵਿੱਚ 78% ਤੱਕ ਦੀ ਜਿਹੜੀ ਨਾਈਟ੍ਰੋਜਨ ਗੈਸ ਦੀ ਮਾਤਰਾ ਉਹ ਸਥਿਰ ਰਹਿੰਦੀ ਆ। ਤਾਂ ਨਾਈਟ੍ਰੋਜਨ ਚੱਕਰ ਇੱਕ ਪੂਰਾ ਚੱਕਰ ਬਣਦਾ ਵੀ ਵਾਯੂਮੰਡਲ ਵਿੱਚੋਂ ਨਾਈਟ੍ਰੋਜਨ ਕਿਵੇਂ ਉਹਦਾ ਸਥਿਰੀਕਰਨ ਹੁੰਦਾ, ਸਥਿਰੀਕਰਨ ਤੋਂ ਬਾਅਦ ਕਿਵੇਂ ਉਹਨੂੰ ਜੀਵ ਜੰਤੂ ਦੇ ਪੌਦੇ ਵਰਤਦੇ ਆ, ਉਸ ਤੋਂ ਬਾਅਦ ਡੀਨਾਈਟ੍ਰੀਫਾਈਂਗ ਬੈਕਟੀਰੀਆ ਉਹਨੂੰ ਵਾਪਸ ਵਾਯੂਮੰਡਲ ਦੇ ਵਿੱਚ ਕਿਵੇਂ ਭੇਜਦੇ ਆ। ਤਾਂ ਇਹ ਸੀ ਆਪਣਾ ਨਾਈਟ੍ਰੋਜਨ ਚੱਕਰ। ਇਸ ਤੋਂ ਅਗਲੀ ਵੀਡੀਓ ਦੇ ਵਿੱਚ ਆਪਾਂ ਕਾਰਬਨ ਚੱਕਰ ਦੇ ਬਾਰੇ ਪੜ੍ਹਾਂਗੇ। ਧੰਨਵਾਦ।